बिस्मिल्लाहिर्रहमानिर्रहीम। एक बंदा मेरे को आया, उन्हें गुच्छू मुच्छू नोट हत्थ च फड़े सीगे, जिद्दां बुक जी भरी, फिर 100 ਦੇ 50 ਦੇ 10 ਦੇ 20 ਦੇ ਤੇ ਕਹਿਣ ਲੱਗਾ ਕਰ ਸਾਹਿਬ ਮੈਂ ਇਹ ਪੈਸੇ ਮਸੀਤੇ ਪਾਉਣੇ ਗੱਲੇ 'ਚ। ਮੈਂ ਕਿਹਾ ਭਾਈ ਆਪਣੇ ਹੱਥੀ ਪਾਓ, ਬਿਸਮਿਲ੍ਲਾ ਕਰੋ। ਉਹਨੇ ਗੱਲੇ 'ਚ ਪੈਸੇ ਪਾਏ ਤੇ ਚਲਾ ਗਿਆ। ਮੈਂ ਵੈਸੇ ਸੋਚਿਆ ਕਿ ਇਹ ਏਦਾਂ ਪੈਸੇ ਕਿੱਥੋਂ ਲੈ ਗਿਆ। ਅੱਜ ਉਹੀ ਬੰਦਾ ਫਿਰ ਮੇਰੇ ਕੋ ਆਇਆ, ਮੈਨੂੰ ਮਿਲਿਆ, ਕਹਿੰਦਾ ਹਾਫਿਜ਼ ਸਾਹਿਬ ਇੱਕ ਸਵਾਲ ਕਰਨਾ ਮੈਂ ਕਿਹਾ ਜੀ ਕਰੋ। ਕਹਿਣ ਲੱਗਾ ਜੀ ਮੈਂ ਇਰਾਦਾ ਕੀਤਾ ਸੀਗਾ, ਸੋਚਿਆ ਸੀ ਕਿ 50 ਰੁਪਏ ਮੈਂ ਰੋਜ਼ ਅੱਲਾਹ ਤਾਲਾ ਵਾਸਤੇ ਕੱਢਣੇ ਆ ਤੇ 50 ਰੁਪਏ ਮੈਂ ਆਪਣੀ ਅੰਮਾ ਵਾਸਤੇ ਕੱਢਣੇ ਆ। ਤੇ ਮੈਂ ਕੱਢੇ ਵੀ ਅਲਹਮਦੁਲਿਲਾ। ਤੇ ਫਿਰ ਮੈਨੂੰ ਸਮਝ ਆਈ ਕਿ ਉਹ ਜਿਹੜੇ ਉਦੋਂ ਨੋਟ ਦੇ ਗਿਆ ਸੀ ਨਾ, ਉਹ ਉਹੀ 50 ਰੁਪਏ ਸੀਗੇ ਜਿਹੜੇ ਰੋਜ਼ ਅੱਲਾਹ ਤਾਲਾ ਵਾਸਤੇ ਕੱਢਦਾ ਸੀਗਾ। ਕਹਿਣ ਲੱਗਾ ਜੀ ਮਸਲਾ ਮੈਂ ਇਹ ਪੁੱਛਣਾ ਵਾ ਕਿ ਹੁਣ ਮੇਰੀ ਅੰਮਾ ਬਿਮਾਰ ਆ ਤੇ ਮੈਂ ਮਸੀਤ ਦੇ 50 ਜਾਂ ਅੱਲਾਹ ਵਾਸਤੇ ਜਿਹੜੇ 50 ਕੱਢਦਾ ਸੀ ਨਾ, ਉਹ ਮੈਂ ਹੁਣ ਆਪਣੀ ਅੰਮਾ ਦੇ ਇਲਾਜ ਵਾਸਤੇ ਇਕੱਠੇ ਕਰਨੇ, ਜਮ੍ਹਾਂ ਕਰਨੇ ਆ, ਤੇ ਮੈਂ ਕਰ ਸਕਦਾ ਇਹਦਾ ਜਾਇਜ਼ ਆ ਮੇਰੇ ਵਾਸਤੇ। ਮੈਂ ਕਿਹਾ ਜਾਇਜ਼ ਆ ਯਾਰ, ਕਿਉਂਕਿ ਲਾ ਯੁਕੱਲਿਫੁੱਲਾਹੁ ਨਫਸਨ ਇੱਲਾ ਵੁਸਆਹਾ, ਤੇਰੇ ਅੰਦਰ ਗੁੰਜਾਇਸ਼ ਸੀਗੀ, ਤੂੰ ਦਿੰਦਾ ਸੀਗਾ। ਜਦੋਂ ਹੁਣ ਮਾਂ ਨੂੰ ਜ਼ਿਆਦਾ ਜ਼ਰੂਰਤ ਆ, ਮਾਂ ਵਾ, ਠੰਡੀ ਛਾਂ ਵਾ, ਉਹਦੇ ਪੈਰਾਂ ਥੱਲੇ ਜੰਨਤ ਆ। ਮਾਂ ਤੇ ਖਰਚ ਕਰਨਾ ਵੀ ਇੱਕ ਬਹੁਤ ਵੱਡੀ ਇਬਾਦਤ ਆ, ਬਹੁਤ ਵੱਡੀ ਇਬਾਦਤ ਆ, ਜਿਹਨੂੰ ਨਸੀਬ ਹੋ ਜਾਵੇ। ਨਸੀਬਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਮੈਂ ਕਿਹਾ ਜੀ ਕਰੋ, ਕੋਈ ਮਸਲਾ ਨਹੀਂ। ਉਹ ਕਹਿਣ ਲੱਗਾ ਜੀ ਠੀਕ ਆ। ਤੇ ਮੈਂ ਉਸ ਬੰਦੇ ਤੋਂ ਹੈਰਾਨ ਹੋਇਆ ਕਿ ਯਾਰ ਇਹ ਬੰਦਾ 50 ਰੁਪਏ ਰੋਜ਼ਾਨਾ ਅਲੱਗ ਤੋਂ ਅੱਲਾ ਵਾਸਤੇ ਕੱਢਦਾ ਵਾ, 50 ਰੁਪਏ ਆਪਣੀ ਅੰਮਾ ਵਾਸਤੇ ਕੱਢਦਾ। ਹਾਲਾਂਕਿ ਜਿਹੜਾ ਇਹ 50 ਅੰਮਾ ਵਾਸਤੇ ਕੱਢਦਾ ਉਹ ਵੀ ਅੱਲਾ ਵਾਸਤੇ ਹੀ ਆ ਨਾ, ਲੇਕਿਨ ਅਲੱਗ ਤੋਂ ਮਹੀਨੇ ਦਾ 3000 ਰੁਪਇਆ ਬਣਦਾ। ਤੇ ਬਹੁਤ ਘੱਟ ਲੋਕ ਆ ਜਿਹੜੇ ਮੁਸਤਕਿਲ ਬੁਨਿਆਦਾਂ ਤੇ ਮਹੀਨੇ ਦਾ 3000 ਅੱਲਾ ਦੇ ਰਾਹ 'ਚ ਖਰਚ ਕਰਦੇ ਹੋਣ। ਉਹ ਬੰਦਾ ਕੰਮ ਕੀ ਕਰਦਾ ਸੀਗਾ? ਉਹ ਸੱਤੂ ਵੇਚਦਾ ਵਾ ਤੇ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਵੇਚਦਾ। ਤੇ ਹਜੇ ਉਹਦਾ ਨਵਾਂ ਕੰਮ ਆ। ਨਵਾਂ ਕੰਮ ਹੋਵੇ ਨਾ ਤੇ ਬੰਦਾ ਕਹਿੰਦਾ ਯਾਰ ਕੰਮ ਸੈੱਟ ਨਹੀਂਗਾ, ਮੈਨੂੰ ਮਾਫਕ ਨਹੀਂ ਆਉਂਦਾ। ਲੇਕਿਨ ਉਹਨੇ ਨਹੀਂ ਸੋਚਿਆ, ਤੇ ਉਹ ਰੋਜ਼ਾਨਾ 50 ਰੁਪਏ ਅਲੱਗ ਅੱਲਾ ਵਾਸਤੇ ਤੇ 50 ਰੁਪਏ ਆਪਣੀ ਅੰਮਾ ਵਾਸਤੇ ਕੱਢਦਾ। ਕਿੱਡਾ ਵੱਡਾ ਦਿਲ ਆ ਉਸ ਬੰਦੇ ਦਾ। ਜਿਗਰੇ ਦੀ ਗੱਲ ਆ, ਦਿਲ ਦੀ ਗੱਲ ਆ, ਸੋਚ ਦੀ ਗੱਲ ਆ। ਤੇ ਜੇ ਸੋਚ ਬਦਲ ਜਾਵੇ, ਦਿਲ ਬਦਲ ਜਾਵੇ, ਬੰਦਾ ਦਿਲ ਨੂੰ ਸਮਝਾ ਲਵੇ, ਤੇ ਬੰਦੇ ਦਾ ਹੌਸਲਾ ਪੈ ਜਾਂਦਾ ਵਾ ਇਹ ਕੰਮ ਕਰਨ ਵਾਸਤੇ। ਯਕੀਨ ਜਾਣੋ, ਜੇ ਅਸੀਂ ਵੀ ਆਪਣੇ ਮਾਲ ਦੇ ਵਿੱਚੋਂ, ਆਪਣੀ ਜੇਬ ਚੋਂ ਰੋਜ਼ਾਨਾ 20 ਰੁਪਏ 30 ਰੁਪਏ, ਲਾਜ਼ਮੀ ਨਹੀਂ ਕਿ 100 ਰੁਪਏ ਹੀ, ਜੇ 20 30 ਵੀ ਅਸੀਂ ਬਚਾ ਕੇ ਸਾਈਡ ਤੇ ਕਰਨ ਲੱਗੀਏ ਅੱਲਾ ਦੇ ਵਾਸਤੇ, ਅੱਲਾ ਦੇ ਬੰਦਿਆਂ ਵਾਸਤੇ, ਤੇ ਅਸੀਂ ਆਪਣੇ ਮੁਆਸ਼ਰੇ ਨੂੰ ਬਹੁਤ ਖੁਸ਼ੀਆਂ ਦੇ ਸਕਦੇ ਹਾਂ। 50 ਰੁਪਏ ਦੀਆਂ ਖੁਸ਼ੀਆਂ ਇਕੱਠੀਆਂ ਕਰਕੇ ਅਸੀਂ ਬੇਸ਼ੁਮਾਰ ਖੁਸ਼ੀਆਂ ਆਪਣੇ ਮੁਆਸ਼ਰੇ ਨੂੰ ਦੇ ਸਕਦੇ ਹਾਂ। ਤਾਂ ਕਰਕੇ ਅੱਲਾਹ ਤਾਲਾ ਨੇ ਆਪਣੇ ਮੋਮਨ ਬੰਦਿਆਂ ਦੇ ਬਾਰੇ ਕੁਰਾਨ 'ਚ ਫਰਮਾਇਆ, ਵੱਲਜ਼ੀਨ ਫੀ ਅਮਵਾਲਿਹਿਮ ਹੱਕੁਮ ਮਾਲੂਮ ਲਿਸਾਇਲ ਵਲ ਮਹਰੂਮ, ਕਿ ਮੇਰੇ ਬੰਦੇ ਉਹ ਆ ਕਿ ਜਿਨ੍ਹਾਂ ਦੇ ਮਾਲਾਂ ਦੇ ਵਿੱਚ, ਜਿਨ੍ਹਾਂ ਦੇ ਪੈਸੇ ਦੇ ਵਿੱਚ ਮੁਸਤਹਿਕ ਲੋਕਾਂ ਦਾ ਹੱਕ ਹੁੰਦਾ, ਮੰਗਣ ਵਾਲਿਆਂ ਦਾ ਵੀ, ਤੇ ਜਿਹੜੇ ਮਹਰੂਮ ਲੋਕ ਆ ਜਿਹਨਾਂ ਨੂੰ ਦਿੰਦਾ ਹੀ ਕੋਈ ਨਹੀਂ। ਹਰ ਬੰਨੇ ਵਿਚਾਰੇ ਕੱਟੇ ਫਟੇ, ਜਿਹਨਾਂ ਨੂੰ ਕੋਈ ਦਿੰਦਾ ਹੀ ਨਹੀਂ, ਉਹਨਾਂ ਵਾਸਤੇ ਪੈਸੇ ਰੱਖਦੇ ਆਪਣੇ ਮਾਲ ਦੇ ਵਿੱਚ। ਤੇ ਜੇ ਅਸੀਂ ਆਪਣੇ ਮਾਲ ਦੇ ਵਿੱਚੋਂ ਇਹਦਾ ਹਿੱਸੇ ਕੱਢਣੇ ਸ਼ੁਰੂ ਕਰ ਦਈਏ ਤੇ ਯਕੀਨ ਜਾਣੋ ਅਸੀਂ ਆਪਣੇ ਬਹੁਤ ਸਾਰੇ ਗਰੀਬ ਮੁਸਤਹਿਕ ਅਫਰਾਦ ਦੇ ਕਿੰਨੇ ਮਸਾਇਲ ਹੱਲ ਕਰ ਸਕਦੇ ਹਾਂ। ਗੱਲ ਬਸ ਦਿਲ ਨੂੰ ਸਮਝਾਉਣ ਵਾਲੀ ਆ। ਮੈਂ ਵਾਕਿਆ ਤੁਹਾਨੂੰ ਬੰਦੇ ਵਾਸਤੇ ਬੜਾ ਮੁਤਾਸਰ ਹੋਇਆ। ਤੇ ਇਹੋ ਜਿਹੇ ਬੰਦੇ ਯਕੀਨ ਜਾਣੋ ਪ੍ਰੈਕਟੀਕਲੀ ਤੌਰ ਤੇ ਸਾਡੇ ਵਾਸਤੇ ਤੁਰਦੀਆਂ ਫਿਰਦੀਆਂ ਮੋਟੀਵੇਸ਼ਨਲ ਸਟੋਰੀਆਂ ਹੁੰਦੀਆਂ। ਅਗਰ ਅਸੀਂ ਇਹਨਾਂ ਨੂੰ ਦੇਖਣ ਲੱਗੀਏ, ਇਹਨਾਂ ਦੀ ਜ਼ਿੰਦਗੀ ਪੜ੍ਹਨ ਲੱਗੀਏ, ਯਕੀਨ ਜਾਣੋ ਮੈਂ ਜਿੰਨੀ ਵਾਰੀ ਉਹ ਕੋ ਪੁੱਛਿਆ ਕਿ ਯਾਰ ਭਾਈ ਤੇਰਾ ਕੰਮ ਕਿੱਦਾਂ, ਮਜਾਲ ਆ ਕਿ ਉਹਨੇ ਇੱਕ ਵਾਰੀ ਵੀ ਕਿਹਾ ਹੋਵੇ ਕਿ ਯਾਰ ਬਸ ਠੱਪ ਹੀ ਆ, ਮੰਦਾ ਹੀ ਆ, ਨਵੇਂ ਆ ਹਾਫਿਜ਼, ਤੁਹਾਨੂੰ ਪਤਾ ਹੀ ਆ। ਨਹੀਂ, ਉਹਨੇ ਇਹੀ ਕਿਹਾ ਕਿ ਮੈਂ ਜੀ ਬੜਾ ਖੁਸ਼ ਹਾਂ। ਅੱਗੇ ਲਾਹੌਰ ਕੰਮ ਕਰਨ ਜਾਈਦਾ ਸੀਗਾ, ਮਹੀਨਾ ਘਰ ਨਹੀਂ ਸੀ ਆਈਦਾ। ਹੁਣ ਰੋਜ਼ ਮੈਂ ਸ਼ਾਮ ਨੂੰ ਬੱਚਿਆਂ 'ਚ ਵੀ ਜਾਂਦਾ ਵਾਂ ਤੇ ਦਿਹਾੜੀ ਵੀ ਚੰਗੀ ਭਲੀ ਮੈਂ ਘਰ ਲੈ ਕੇ ਜਾਂਦਾ। ਅੱਲਾ ਦਾ ਸ਼ੁਕਰ ਅਦਾ ਕਰਦਾ। ਤੇ ਉਹਨੂੰ ਦੇਖ ਕੇ ਸਾਨੂੰ ਮੋਟੀਵੇਸ਼ਨ ਮਿਲਦੀ ਹੈ। ਜੇ ਮੋਟੀਵੇਸ਼ਨ ਲੈਣੀ ਹੁੰਦੀ ਹੈ ਨਾ, ਇਦਾਂ ਦੇ ਜੈਨੂਇਨ ਕਿਰਦਾਰਾਂ ਨੂੰ ਦੇਖਿਆ ਕਰੋ, ਰੀਅਲ ਸਟੋਰੀਆਂ, ਅਸਲ ਜਿਹੜੇ ਅਫਰਾਦ ਆ ਨਾ ਬੰਦੇ, ਉਹਨਾਂ ਨਾਲ ਵੇਖਿਆ ਕਰੋ। ਤੇ ਬੰਦੇ ਦਾ ਯਕੀਨ ਜਾਣੋ ਦਿਲ ਐਡਾ ਹੋ ਜਾਂਦਾ ਕਿ ਯਾਰ ਜੇ ਇਹ ਬੰਦਾ ਇੰਨਾ ਕੁਛ ਕਰ ਰਿਹਾ ਵਾ
ਤੇ ਮੇਰੇ ਕੋਲ ਅੱਲਾ ਦਾ ਦਿੱਤਾ ਕੀ ਕੁਛ ਨਹੀਂ ਹੈਗਾ, ਮੈਂ ਕੀ ਕੁਛ ਨਹੀਂ ਕਰ ਸਕਦਾ। ਅੱਲਾਹ ਤਾਲਾ ਸਾਨੂੰ ਵੀ ਇਦਾਂ ਦਾ ਖੂਬਸੂਰਤ ਦਿਲ ਅਤਾ ਫਰਮਾਵੇ। ਜਜ਼ਾਕ ਅੱਲਾ।